ਜ਼ਿਲ੍ਹਾ ਲੁਧਿਆਣਾ ਦੀ ਬੁੱਕਲ ਵਿੱਚ ਵਸਿਆ ਹੈ ਪਿੰਡ ਲਲਤੋ ਖੁਰਦ। ਇਸ ਪਿੰਡ ਦੇ ਵਸਨੀਕ ਬਹੁਤ ਹੀ ਮਿਹਨਤੀ ਹਨ। ਆਪਣੀ ਮਿਹਨਤ ਦੇ ਰੰਗ ਉਹ ਖੇਤੀ ਵਿੱਚ, ਦੇਸ਼ਾਂ ਵਿਦੇਸ਼ਾਂ ਵਿੱਚ, ਖੇਡ ਦੇ ਖੇਤਰ ਵਿੱਚ, ਸਰਕਾਰੀ ਨੌਕਰੀਆਂ ਵਿੱਚ ਦਿਖਾ ਰਹੇ ਹਨ ਤੇ ਪਿੰਡ ਦੇ ਨਾਮ ਨੂੰ ਦੁਨੀਆ ਦੇ ਨਕਸ਼ੇ ਤੇ ਚਮਕਾ ਰਹੇ ਹਨ। ਪਿੰਡ ਦੀ ਵਧੇਰੇ ਆਬਾਦੀ ਪੜ੍ਹੀ ਲਿਖੀ ਹੈ। ਜਿੱਥੇ ਇਸ ਪਿੰਡ ਦੇ ਲੋਕ ਮਿਹਨਤੀ ਹਨ, ਉੱਥੇ ਹੀ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਦੀ ਵੀ ਕਦਰ ਕਰਨੀ ਬਣਦੀ ਹੈ। ਪਿੰਡ ਦੇ ਲੋਕ ਧਾਰਮਿਕ ਬਿਰਤੀਆਂ ਵਾਲੇ ਹਨ, ਸਾਊ ਤੇ ਇਮਾਨਦਾਰ ਹਨ। ਪਿੰਡ ਦੇ ਵਸਨੀਕ ਆਪਣੇ ਦਿਨ ਦੀ ਸ਼ੁਰੂਆਤ ਪਰਮਾਤਮਾ ਦੇ ਘਰ ਵਿੱਚ ਨਤਮਸਤਕ ਹੋਣ ਤੋਂ ਬਾਅਦ ਪਾਠ ਪੂਜਾ ਕਰਕੇ ਕਰਦੇ ਹਨ। ਸ਼ਾਇਦ ਇਹੀ ਕਾਰਨ ਹੈ ਕਿ ਪਰਮਾਤਮਾ ਦਾ ਮਿਹਰ ਭਰਿਆ ਹੱਥ ਹਮੇਸ਼ਾ ਹੀ ਇਸ ਪਿੰਡ ਤੇ ਸਦਾ ਹੀ ਰਿਹਾ ਹੈ। ਇੱਥੋਂ ਦੇ ਹੀ ਇੱਕ ਵਸਨੀਕ ਨੇ ਪਹਿਲੇ ਵਿਸ਼ਵ ਯੁੱਧ ਵਿੱਚ ਦੇਸ਼ ਦੀ ਰੱਖਿਆ ਕਰਦਿਆਂ ਸ਼ਹੀਦੀ ਪ੍ਰਾਪਤ ਕੀਤੀ। ਮਹਾਨ ਦੇਸ਼ ਭਗਤ ਗਦਰੀ ਬਾਬਾ ਗੁਰਮੁਖ ਸਿੰਘ ਵੀ ਇਸ ਪਿੰਡ ਦੇ ਹੀ ਵਸਨੀਕ ਸਨ, ਜਿਨ੍ਹਾਂ ਨੂੰ 38 ਸਾਲ ਦੀ ਉਮਰ ਵਿੱਚ ਦੇਸ਼ ਦੀ ਆਜ਼ਾਦੀ ਲਈ ਲੜਦਿਆਂ ਕਾਲੇ ਪਾਣੀ ਦੀ ਸਜ਼ਾ ਹੋਈ। ਇੱਥੋਂ ਦੇ ਵਸਨੀਕ ਰਿਟਾਇਰਡ ਲੇਟ ਮੇਜਰ ਜਗੀਰ ਸਿੰਘ, ਰਿਟਾਇਰ ਮੇਜਰ ਕੇਹਰ ਸਿੰਘ, ਲੇਟ ਠੇਕੇਦਾਰ ਰਿਟਾਇਰਡ ਜੋਗਿੰਦਰ ਸਿੰਘ, ਲੇਟ ਸਰਦਾਰ ਕਰਤਾਰ ਸਿੰਘ, ਲੇਟ ਸਰਦਾਰ ਸਵਰਨ ਸਿੰਘ, ਲੇਟ ਸਰਦਾਰ ਜੋਗਿੰਦਰ ਸਿੰਘ ਨੇ ਵੀ ਦੇਸ਼ ਦੀ ਰੱਖਿਆ ਕਰਦਿਆਂ ਕੁਰਬਾਨੀ ਦਿੱਤੀ, ਜਦੋਂ ਕਿ ਲੇਟ ਸਰਦਾਰ ਸੁੱਚਾ ਸਿੰਘ ਜੀ ਨੇ ਇੰਡੀਅਨ ਨੈਸ਼ਨਲ ਆਰਮੀ ਵਿੱਚ ਦੇਸ਼ ਦੀ ਸੇਵਾ ਕੀਤੀ। ਭਾਰਤ ਸਰਕਾਰ ਵੱਲੋਂ ਇੱਥੋਂ ਦੇ ਵਸਨੀਕਾਂ ਲੇਟ ਸਰਦਾਰ ਅਲਬੇਲ ਸਿੰਘ, ਲੇਟ ਸਰਦਾਰ ਭਗਵਾਨ ਸਿੰਘ, ਲੇਟ ਸਰਦਾਰ ਪਿਆਰਾ ਸਿੰਘ, ਲੇਟ ਸਰਦਾਰ ਮੱਗਰ ਸਿੰਘ, ਲੇਟ ਸਰਦਾਰ ਤੇਜ ਸਿੰਘ ਨੂੰ ਤਾਮਰ ਪੱਤਰ ਨਾਲ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ। ਜੇ ਗੱਲ ਕਰੀਏ ਪਿੰਡ ਲਲਤੋ ਖੁਰਦ ਦੀ, ਤਾਂ ਉਸ ਨੂੰ ਅਸੀਂ ਭਾਗਾਂ ਵਾਲਾ ਪਿੰਡ ਵੀ ਕਹਿ ਸਕਦੇ ਹਾਂ, ਜਿਸ ਨੇ ਇੰਨੇ ਬਹਾਦਰ ਸੂਰਮਿਆਂ ਨੂੰ ਜਨਮ ਦਿੱਤਾ। ਇੱਥੇ ਹੀ ਬਸ ਨਹੀਂ, ਇਸ ਪਿੰਡ ਦੀ ਹੀ ਦੇਣ ਇੱਕ ਹੋਰ ਅਨਮੋਲ ਹੀਰਾ ਹੋਇਆ ਹੈ, ਜਿਸ ਨੇ ਆਰਮੀ ਵਿੱਚ ਅਤੇ ਖੇਡਾਂ ਦੇ ਖੇਤਰ ਵਿੱਚ ਬਹੁਤ ਨਾਮਣਾ ਖੱਟਿਆ ਤੇ ਕਈ ਰਿਕਾਰਡ ਸਥਾਪਿਤ ਕੀਤੇ। ਅਜਿਹੀ ਮਾਣਮੱਤੀ ਸ਼ਖਸੀਅਤ ਦਾ ਨਾਮ ਲੈਣ ਵਿੱਚ ਸਾਨੂੰ ਵੀ ਬਹੁਤ ਖੁਸ਼ੀ ਪ੍ਰਾਪਤ ਹੁੰਦੀ ਹੈ। ਉਹ ਹਨ ਓਲੰਪੀਅਨ ਕੈਪਟਨ ਦਲਜੀਤ ਸਿੰਘ ਗਰੇਵਾਲ, ਜਿਨ੍ਹਾਂ ਨੇ ਕਈ ਵਾਰ ਫਲਾਈਂਗ ਸਿੱਖ ਮਿਲਖਾ ਸਿੰਘ ਨੂੰ ਵੀ ਪਛਾੜਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਪਿੰਡ ਲਲਤੋ ਖੁਰਦ ਵਿੱਚ ਇੱਕ ਪ੍ਰੈਸ ਦੀ ਟੀਮ ਆਈ ਆ, ਜੋ ਕਿ ਕੈਪਟਨ ਦਲਜੀਤ ਸਿੰਘ ਸਵਰਗਵਾਸੀ ਉਹਨਾਂ ਦੇ ਬਾਰੇ ਜਾਣਕਾਰੀ ਲੈਣ ਆਏ ਆ। ਪਿੰਡ ਵਾਰ ਵਿੱਚ ਉਹਨਾਂ ਬਾਰੇ ਪਤਾ ਕਰਨ ਆਏ ਆ ਕਿ ਉਹਨਾਂ ਦਾ ਕਿੱਦਾਂ ਦਾ ਜੀਵਨ ਸੀਗਾ। ਮੈਂ ਦੱਸਣਾ ਚਾਹੁੰਦਾ ਕਿ ਉਹ ਬੜੇ ਹੀ ਮਲਾਪੜੇ ਸੁਭਾਅ ਦੇ ਮਾਲਕ ਸਨ। ਉਹਨਾਂ ਨੇ ਨੌਕਰੀ ਕੀਤੀ ਫੌਜ ਵਿੱਚ ਤੇ ਨਾਲ ਹੀ ਐਥਲੈਟਿਕ ਦੇ ਵਿੱਚ ਆਪਣੇ ਬੜਾ ਹੀ ਨਾਮ ਕਮਾਇਆ। ਸਾਡੇ ਪਿੰਡ ਦਾ ਨਾਮ ਦੇਸ਼ਾਂ ਵਿਦੇਸ਼ਾਂ ਵਿੱਚ ਉੱਚਾ ਕੀਤਾ। ਜਿੰਨੀ ਦੇਰ ਉਹਨਾਂ ਨੇ ਦੇਸ਼ ਦੀ ਸੇਵਾ ਕੀਤੀ, ਉਸ ਦੇ ਨਾਲ ਹੀ ਪਿੰਡ ਨਾਲ ਵੀ ਜੁੜੇ ਰਹੇ। ਰਿਟਾਇਰ ਹੋਣ ਤੋਂ ਬਾਅਦ ਵੀ ਪਿੰਡ ਵਿੱਚ ਹੀ ਰਹੇ। ਬੜੇ ਹੀ ਸਾਂਝੇ ਕੰਮਾਂ ਵਿੱਚ ਉਹਨਾਂ ਨੇ ਆਪਣਾ ਯੋਗਦਾਨ ਪਾਇਆ। ਨੌਜਵਾਨ ਬੱਚਿਆਂ ਨੂੰ ਖੇਡਣਾ ਸਿਖਾਇਆ, ਖੇਡਣ ਲਈ ਪ੍ਰੇਰਿਤ ਕੀਤਾ ਤੇ ਅਸੀਂ ਵੀ ਉਹਨਾਂ ਦੇ ਵਿੱਚੋਂ ਇੱਕ ਹਾਂ ਕਿ ਸਾਨੂੰ ਵੀ ਬੜਾ ਸਮਾਂ ਮਿਲਿਆ ਉਹਨਾਂ ਕੋਲ ਰਹਿ ਕੇ ਖੇਡਣ ਦਾ, ਸਿੱਖਿਆ ਲੈਣ ਦਾ। ਉਹਨਾਂ ਤੋਂ ਸਿੱਖਿਆ ਲੈ ਕੇ ਹੀ ਅਸੀਂ ਆਪਦੇ ਜੀਵਨ ਵਿੱਚ ਅੱਗੇ ਚੱਲ ਰਹੇ ਹਾਂ। ਹੁਣ ਵੀ ਬੜੀ ਵੱਡੀ ਦੇਣ ਆ ਉਹਨਾਂ ਦੀ ਪਿੰਡ ਨੂੰ ਕਿ ਜਦੋਂ ਵੀ ਕਿਤੇ ਵੀ ਲਲਤੋ ਪਿੰਡ ਦਾ ਨਾਮ ਆਉਂਦਾ ਤਾਂ ਸਵਰਗਵਾਸੀ ਕੈਪਟਨ ਦਲਜੀਤ ਸਿੰਘ ਦਾ ਨਾਮ ਜ਼ਰੂਰ ਲਿਆ ਜਾਂਦਾ। ਸਾਨੂੰ ਵੀ ਮਾਣ ਹੁੰਦਾ ਜਦੋਂ ਅਸੀਂ ਕਿਤੇ ਜਾ ਕੇ ਦੱਸਦੇ ਹਾਂ ਕਿ ਸਾਡਾ ਪਿੰਡ ਕਿਹੜਾ, ਤਾਂ ਤਾਇਆ ਜੀ ਕੈਪਟਨ ਦਲਜੀਤ ਸਿੰਘ ਦੇ ਬਾਰੇ ਜ਼ਰੂਰ ਕੋਈ ਨਾ ਕੋਈ ਜ਼ਿਕਰ ਕਰਦਾ। ਬੜੀ ਹੀ ਫਕਰ ਵਾਲੀ ਗੱਲ ਆ ਕਿ ਇਹ ਜੀ ਇੱਕ ਮਹਾਨ ਸ਼ਖਸੀਅਤ ਨੇ ਪਿੰਡ ਲਲਤੋ ਖੁਰਦ ਵਿੱਚ ਜਨਮ ਲਿਆ ਤੇ ਬੜੀ ਹੀ ਮਾਣ ਵਾਲੀ ਗੱਲ ਆ। ਉਹਨਾਂ ਦਾ ਪਰਿਵਾਰ ਵੀ ਬੜਾ ਹੀ ਪਿਆਰ ਨਾਲ ਸਾਰੇ ਆਪਣੇ ਪਿੰਡ ਦੇ ਵਿੱਚ ਰਹਿੰਦੇ ਨੇ ਤੇ ਹਮੇਸ਼ਾ ਹੀ ਵਿਦੇਸ਼ਾਂ ਵਿੱਚ ਵੀ ਰਹਿੰਦੇ ਨੇ ਤੇ ਪਰ ਪਿੰਡ ਨਾਲ ਬੜਾ ਪਿਆਰ ਉਹਨਾਂ ਦਾ। ਤੇ ਕੈਪਟਨ ਦਲਜੀਤ ਸਿੰਘ ਜਦੋਂ ਸੀਗੇ ਉਦੋਂ ਉਹਨਾਂ ਨੇ ਇੱਕ ਪਾਰਕ ਪਿੰਡ ਵਿੱਚ ਬਣਾਈ, ਜਿਹੜੀ ਕਿ ਉਹਨਾਂ ਨੂੰ ਹੀ ਸਮਰਪਿਤ ਆ। ਅੱਜ ਵੀ ਉਹ ਬਹੁਤ ਵਧੀਆ ਤਰੀਕੇ ਨਾਲ ਪਾਰਕ ਨੂੰ ਮੇਨਟੇਨ ਕੀਤਾ ਜਾ ਰਿਹਾ ਤਾਂ ਜੋ ਉਹਨਾਂ ਦੀਆਂ ਯਾਦਾਂ ਨੂੰ ਸੰਭਾਲਿਆ ਜਾ ਸਕੇ। ਆਪ ਜੀ ਦਾ ਜਨਮ 19 ਅਕਤੂਬਰ 1935 ਨੂੰ ਪਿਤਾ ਸਰਦਾਰ ਕਰਤਾਰ ਸਿੰਘ ਗਰੇਵਾਲ ਹੋਣਾ ਦੇ ਘਰ ਮਾਤਾ ਸਰਦਾਰਨੀ ਪ੍ਰੇਮ ਕੌਰ ਹੋਣਾ ਦੀ ਕੁੱਖੋਂ ਹੋਇਆ। ਆਪ ਜੀ ਦੇ ਪਿਤਾ ਜੀ ਇੱਕ ਵਪਾਰੀ ਅਤੇ ਮਾਤਾ ਜੀ ਹਾਊਸਵਾਈਫ ਸਨ। ਆਪ ਜੀ ਦੇ ਮਾਤਾ ਪਿਤਾ ਬਹੁਤ ਹੀ ਸਾਊ ਤੇ ਹਮੇਸ਼ਾ ਸਮਾਜ ਸੇਵਾ ਲਈ ਤਤਪਰ ਰਹਿਣ ਵਾਲੇ ਇਨਸਾਨ ਸਨ। ਆਪ ਜੀ ਦੀ ਇੱਕ ਭੈਣ ਅਤੇ 2 ਭਰਾ ਸਨ।
ਆਪ ਜੀ ਦੀ ਭੈਣ ਬਲਤੇਜ ਕੌਰ, ਜਿਨ੍ਹਾਂ ਦਾ ਵਿਆਹ ਸੂਬੇਦਾਰ ਮੇਜਰ ਗੱਜਣ ਸਿੰਘ ਹੁਣਾਂ ਨਾਲ ਹੋਇਆ, ਰਿਟਾਇਰ ਹੋਣ ਤੋਂ ਬਾਅਦ ਦੋਵੇਂ ਕੈਨੇਡਾ ਸੈਟਲ ਹੋਏ ਤੇ ਉੱਥੇ ਹੀ ਉਹਨਾਂ ਦਾ ਸਵਰਗਵਾਸ ਹੋਇਆ। ਆਪ ਜੀ ਦੇ ਦੂਸਰੇ ਭਰਾ ਸਰਦਾਰ ਇਕਬਾਲ ਸਿੰਘ ਗਰੇਵਾਲ ਨੇ ਵੀ ਸਿੱਖ ਰੈਜੀਮੈਂਟ ਸੈਂਟਰ ਹਾਕੀ ਟੀਮ ਵਿੱਚ ਸੇਵਾ ਨਿਭਾਈ ਤੇ ਹੁਣ BSF ਤੋਂ ਇੰਸਪੈਕਟਰ ਵਜੋਂ ਰਿਟਾਇਰ ਹੋ ਕੇ ਮੌਜੂਦਾ ਸਮੇਂ ਵਿੱਚ ਪਰਿਵਾਰ ਸਮੇਤ ਇੰਗਲੈਂਡ ਸੈਟਲ ਹਨ। ਤੇ ਆਪ ਜੀ ਦੇ ਦੂਸਰੇ ਭਰਾ ਲੇਟ ਸਰਦਾਰ ਦਲਵਿੰਦਰ ਸਿੰਘ ਗਰੇਵਾਲ ਆਪਣੇ ਪਿਤਾ ਜੀ ਦੇ ਨਕਸ਼ੇ ਕਦਮਾਂ ਤੇ ਚੱਲਦਿਆਂ ਇੱਕ ਉੱਗੇ ਕਿਸਾਨ ਤੇ ਵਪਾਰੀ ਸਨ। ਕੈਪਟਨ ਦਲਜੀਤ ਸਿੰਘ ਗਰੇਵਾਲ ਹੁਣਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਕੁੱਟ-ਕੁੱਟ ਕੇ ਭਰੀ ਹੋਈ ਸੀ, ਜਿਸ ਕਾਰਨ ਆਪਨੇ ਫੌਜ ਦੀ ਨੌਕਰੀ ਜੁਆਇਨ ਕੀਤੀ। ਫੌਜ ਵਿੱਚ ਭਰਤੀ ਹੋਣ ਉਪਰੰਤ ਆਪ ਜੀ ਦਾ ਵਿਆਹ ਸਰਦਾਰਨੀ ਗੁਰਦਿਆਲ ਕੌਰ ਹੁਣਾਂ ਨਾਲ ਹੋਇਆ, ਜਿੱਥੇ ਕੈਪਟਨ ਸਾਹਿਬ ਹੁਣਾਂ ਨੂੰ ਆਪਣੇ ਦੇਸ਼ ਨਾਲ ਤੇ ਆਪਣੀ ਖੇਡ ਨਾਲ ਪਿਆਰ ਸੀ, ਉੱਥੇ ਹੀ ਆਪ ਜੀ ਨੇ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਵੀ ਬਾਖੂਬੀ ਨਿਭਾਇਆ। ਆਪ ਜੀ ਦੇ ਘਰ 4 ਬੇਟੀਆਂ ਅਤੇ 1 ਬੇਟੇ ਨੇ ਜਨਮ ਲਿਆ। ਆਪ ਜੀ ਨੇ ਆਪਣੇ ਬੱਚਿਆਂ ਨੂੰ ਸਹੀ ਸੇਧ ਦਿੱਤੀ ਤੇ ਸਮਾਜ ਦੇ ਚੰਗੇ ਨਾਗਰਿਕ ਬਣਾਇਆ। ਆਪ ਜੀ ਦੀ ਸੁਪੁੱਤਰੀ ਭੁਪਿੰਦਰ ਕੌਰ ਬੈਨੀਪਾਲ ਆਪਣੇ ਪਤੀ ਕਿਰਪਾਲ ਸਿੰਘ ਨਾਲ, ਸੁਰਿੰਦਰ ਕੌਰ ਗਿੱਲ ਸਰਦਾਰ ਬਲਰਾਜ ਸਿੰਘ ਗਿੱਲ ਹੁਣਾਂ ਨਾਲ, ਅਮਨਪਾਲ ਕੌਰ ਖਾਲਸਾ ਸਰਦਾਰ ਕੁਲਦੀਪ ਸਿੰਘ ਖਾਲਸਾ ਹੁਣਾਂ ਨਾਲ ਅਤੇ ਸਿਮਰਨ ਧਾਲੀਵਾਲ, ਜਿਨ੍ਹਾਂ ਨੂੰ ਉਹ ਪਿਆਰ ਨਾਲ ਲੱਕੀ ਵੀ ਕਹਿੰਦੇ ਸਨ, ਸਰਦਾਰ ਰਣਜੀਤ ਸਿੰਘ ਹੁਣਾਂ ਨਾਲ ਖੁਸ਼ੀ ਵਿਅਹਤਾ ਜੀਵਨ ਬਤੀਤ ਕਰ ਰਹੀਆਂ ਹਨ। ਸਤਿ ਸ਼੍ਰੀ ਅਕਾਲ ਜੀ। ਮੈਂ ਕੁਲਦੀਪ ਸਿੰਘ ਜੀ, ਇਸ ਘਰ ਦਾ ਜਵਾਈ ਹਾਂ ਜੀ। ਕੈਪਟਨ ਦਲਜੀਤ ਸਿੰਘ ਮੇਰੇ ਸਹੁਰਾ ਸਾਹਿਬ। ਮੈਨੂੰ ਬੜਾ ਮਾਣ ਹੈ ਕਿ ਮੈਨੂੰ ਇਸ ਘਰ 'ਚ ਜਵਾਈ ਹੋਣ ਦਾ ਰੁਤਬਾ ਹਾਸਲ ਹੋਇਆ। ਬੜਾ ਮਾਣ ਹੁੰਦਾ ਹੈ ਜਦੋਂ ਪਤਾ ਲੱਗਦਾ ਕਿ ਇੰਨੀ ਅਚੀਵਮੈਂਟਸ ਉਹਨਾਂ ਨੇ ਆਪਣੀ ਲਾਈਫ ਦੇ ਵਿੱਚ ਕੀਤੀਆਂ। ਇੱਕ ਪਿੰਡ ਤੋਂ ਲੈ ਕੇ ਸਕੂਲ ਲੈਵਲ ਤੇ, ਈਵਨ ਫੌਜ 'ਚ ਜਾ ਕੇ, ਉਸ ਤੋਂ ਬਾਅਦ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੇ ਇਸ ਨਾਮ ਨੂੰ, ਦੇਸ਼ ਦੇ ਨਾਮ ਨੂੰ ਰੋਸ਼ਨ ਕੀਤਾ, ਇਸ ਫੈਮਿਲੀ ਦਾ ਨਾਮ ਰੋਸ਼ਨ ਕੀਤਾ। ਸਪੋਰਟਸ ਦੇ ਵਿੱਚ ਮੈਰਿਟੀਅਸ ਸਪੋਰਟਸਮੈਨ ਹੋਣ ਦੇ ਨਾਤੇ ਬਹੁਤ ਹੀ ਜ਼ਿਆਦਾ ਅਚੀਵਮੈਂਟਸ ਉਹਨਾਂ ਨੇ ਆਪਣੀ ਲਾਈਫ ਦੇ ਵਿੱਚ ਪ੍ਰਾਪਤ ਕੀਤੀਆਂ। ਜੇ ਮੈਂ ਹੁਣ ਗਿਣਤੀ ਕਰਾਂ ਤਾਂ ਸੂਰਜ ਨੂੰ ਦੀਵਾ ਦਿਖਾਉਣ ਦੇ ਬਰਾਬਰ ਹੀ ਹੋਵੇਗਾ। ਪਹਿਲਾਂ ਸਾਰਾ ਕੁਝ ਦੱਸ ਹੀ ਚੁੱਕੇ ਨੇ। ਤੇ ਬਾਕੀ ਬੜੇ ਹੀ ਹੋਣਹਾਰ ਇਨਸਾਨ ਸੀਗੇ, ਨੇਕ ਇਨਸਾਨ ਜੇ ਕਹਿ ਸਕਦੇ ਹਾਂ। ਔਰ ਸਪੋਰਟਸਮੈਨਸ਼ਿਪ ਤਾਂ ਉਹਨਾਂ ਦੇ ਵਿੱਚ ਕੁੱਟ-ਕੁੱਟ ਕੇ ਭਰੀ ਹੋਈ ਸੀਗੀ। ਹੋਰ ਵੀ ਆਪਣੇ ਜਿੰਨੇ ਵੀ ਉਹਨਾਂ ਦੇ ਨਾਲ ਸਪੋਰਟਸਮੈਨ ਸੀਗੇ, ਉਹਨਾਂ ਦੇ ਦੋਸਤ ਮਿੱਤਰ, ਉਹ ਵੀ ਹੁਣ ਤੱਕ ਯਾਦ ਕਰਦੇ ਨੇ ਜੋ ਲਾਈਵ ਨੇ। ਤੇ ਕਾਫੀ ਤਾਂ ਉਹਨਾਂ ਦੇ ਨਾਲ ਮਤਲਬ ਇਸ ਟਾਈਮ ਐਕਸਪਾਇਰ ਹੋ ਚੁੱਕੇ ਆ। ਉਹਨਾਂ ਦੇ ਨਾਲ ਹੀ ਮਤਲਬ ਯੂਜ਼ ਕਰਦੇ ਸੀ, ਸਪੋਰਟਸ ਕਰਦੇ ਸੀਗੇ, ਔਰ ਉਹ ਵੀ ਇਹਨਾਂ ਨੂੰ ਸਰਾਉਂਦੇ ਨਹੀਂ ਸੀ ਥੱਕਦੇ। ਇੰਟਰਨੈਸ਼ਨਲ ਲੈਵਲ, ਵਰਲਡ ਲੈਵਲ ਤੇ ਵੀ ਇਹਨਾਂ ਦੀ ਇੰਨੀ ਮਤਲਬ ਕਿ ਰੁਤਬਾ ਹਾਸਲ ਕੀਤਾ ਇਹਨਾਂ ਨੇ, ਇੰਨੀ ਫੇਮਸ ਪਰਸਨੈਲਿਟੀ ਸੀਗੇ ਕਿ ਜੇ ਕਿਤੇ ਬਾਹਰ ਵੀ ਕਿਤੇ ਕੋਈ ਜ਼ਿਕਰ ਕਰੀਏ ਜਾਂ ਕਿਤੇ ਮੀਡੀਆ ਲੈਵਲ ਤੇ ਤਾਂ ਉਹਨਾਂ ਦਾ ਜ਼ਿਕਰ ਆ ਹੀ ਜਾਂਦਾ। ਤੇ ਮੈਨੂੰ ਅੰਤ ਵਿੱਚ ਮੈਂ ਇਹੀ ਕਹਾਂਗਾ ਕਿ ਮੈਂ ਇਸ ਘਰ ਦਾ ਜਵਾਈ ਹੋਣ ਦੇ ਨਾਤੇ ਮੈਨੂੰ ਬੜਾ ਮਾਣ ਹਾਸਲ ਹੈ। ਔਰ ਇਹਨਾਂ ਦਾ ਸਾਰਾ ਪਰਿਵਾਰ, ਮੇਰੇ ਬੀਜੀ, ਮੇਰੇ ਬ੍ਰਦਰ ਇਨ ਲਾ, ਔਰ ਸਾਰੇ ਜਿੰਨਾ ਵੀ ਸਾਡਾ ਪਰਿਵਾਰ ਹੈ, ਸਾਰੇ ਬਹੁਤ ਇਸ ਸਤਿਕਾਰ ਦੇ ਪਾਤਰ ਨੇ ਕਿ ਬਹੁਤ ਮਾਣ ਸਤਿਕਾਰ ਸਾਨੂੰ ਬਖਸ਼ਦੇ ਆ। ਪਰਮਾਤਮਾ ਕਰੇ ਸਭ ਨੂੰ ਇਸ ਤਰ੍ਹਾਂ ਦਾ ਪਰਿਵਾਰ ਹਾਸਲ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦੇ ਬੇਟੇ ਸਰਦਾਰ ਯਾਦਵਿੰਦਰ ਸਿੰਘ ਗਰੇਵਾਲ ਆਪਣੀ ਪਤਨੀ ਆਸ਼ੂ ਗਰੇਵਾਲ ਨਾਲ ਸੁਖੀ ਜੀਵਨ ਬਤੀਤ ਕਰ ਰਹੇ ਹਨ। ਇੱਥੇ ਇਸ ਗੱਲ ਦਾ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਸਰਦਾਰ ਯਾਦਵਿੰਦਰ ਸਿੰਘ ਗਰੇਵਾਲ ਵੀ ਆਪਣੇ ਪਾਪਾ ਦੇ ਪੂਰਨਿਆਂ ਤੇ ਚਲਦਿਆਂ 5 ਵਾਰ ਨੈਸ਼ਨਲ ਲੈਵਲ ਤੇ 골ਡ ਮੈਡਲ ਪ੍ਰਾਪਤ ਕਰ ਚੁੱਕੇ ਹਨ। ਸਤਿ ਸ਼੍ਰੀ ਅਕਾਲ, ਮੈਂ ਆਸ਼ੂ ਗਰੇਵਾਲ ਤੇ ਮੈਂ ਇਸ ਘਰ ਦੀ ਨੂੰਹ ਹਾਂ ਤੇ ਸਾਡੀ ਮੈਰਿਜ 2007 ਵਿੱਚ ਹੋਈ ਸੀ। ਤੇ ਇਸ ਘਰ ਵਿੱਚ ਆ ਕੇ ਮੈਨੂੰ ਕਦੇ ਨਹੀਂ ਲੱਗਿਆ ਕਿ ਮੈਂ ਇੱਕ ਨੂੰਹ ਹਾਂ। ਹਮੇਸ਼ਾ ਇੱਕ ਧੀਆਂ ਵਾਲਾ ਪਿਆਰ ਮਿਲਿਆ। ਜਦੋਂ ਮੈਂ ਆਈ ਸੀ ਤਾਂ ਪਾਪਾ ਜੀ 70+ ਸੀ ਤੇ ਇੱਕ ਇਨਸਾਨ ਓਲਡ ਹੋ ਜਾਂਦਾ, ਪਰ ਉਹਨਾਂ ਨੇ ਕੀਤੀਆਂ ਪ੍ਰਾਪਤੀਆਂ ਕਦੇ ਵੀ ਓਲਡ ਨਹੀਂ ਹੁੰਦੀਆਂ। ਅਸੀਂ ਅੱਜ ਵੀ ਉਹਨਾਂ ਨੂੰ ਬਹੁਤ ਯਾਦ ਕਰਦੇ ਹਾਂ ਤੇ ਹਮੇਸ਼ਾ ਕਰਦੇ ਰਹਾਂਗੇ। ਅਸੀਂ ਆਪਣੇ ਬੱਚਿਆਂ ਨੂੰ ਵੀ ਇਹੀ ਕਹਿੰਦੇ ਹਾਂ ਕਿ ਉਹ ਵੀ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਣ ਤੇ ਉਹਨਾਂ ਵਾਂਗੂ ਨਾਮ ਰੌਸ਼ਨ ਕਰਨ। ਤੇ ਸਾਨੂੰ ਬਹੁਤ ਮਾਣ ਆ ਉਹਨਾਂ ਤੇ ਹਮੇਸ਼ਾ ਰਹੇਗਾ। ਕੈਪਟਨ ਦਲਜੀਤ ਸਿੰਘ ਗਰੇਵਾਲ ਹੁਣਾਂ ਨੇ ਬਹੁਤ ਰਿਕਾਰਡ ਸਥਾਪਿਤ ਕੀਤੇ। ਸਨ 1958 ਵਿੱਚ ਆਪ ਜੀ ਨੇ 3rd ਏਸ਼ੀਅਨ ਗੇਮਸ ਵਿੱਚ 400 ਮੀਟਰ ਰੇਸ ਵਿੱਚ ਭਾਗ ਲਿਆ। 4th ਬ੍ਰਿਟਿਸ਼ ਐਮਪਾਇਰ ਕਾਮਨਵੈਲਥ ਗੇਮਸ ਵਿੱਚ 400 ਮੀਟਰ ਰਿਲੇ ਰੇਸ ਵਿੱਚ ਆਪ ਜੀ ਨੇ 4th ਪੋਜੀਸ਼ਨ ਤੇ ਨੈਸ਼ਨਲ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਕਾਂਸੇ ਦਾ ਤਮਗਾ ਹਾਸਲ ਕੀਤਾ। ਸਨ 1959 ਵਿੱਚ ਆਪ ਜੀ ਨੇ ACE ਐਥਲੈਟਿਕਸ ਕਲੱਬ ਕੋਲੰਬੋ ਵਿੱਚ
800 ਮੀਟਰ ਦੌੜ ਵਿੱਚ ਸੋਨ ਤਮਗਾ ਅਤੇ ਨੈਸ਼ਨਲ ਗੇਮਸ ਤ੍ਰਿਵੇਂਦਰਮਪੁਰਮ ਵਿੱਚ 800 ਮੀਟਰ ਦੌੜ ਵਿੱਚ ਸੋਨ ਤਮਗਾ ਪ੍ਰਾਪਤ ਕੀਤਾ। 1960 ਵਿੱਚ ਆਪ ਜੀ ਨੇ ਸਪੋਰਟਸ ਲਈ ਯੂਰਪ ਟੂਰ, ਵੈਸਟਰਨ ਜਰਮਨ ਟੂਰ ਤੇ ਰੋਮ ਦਾ ਟੂਰ ਲਗਾਇਆ ਤੇ ਰੋਮ 올림픽 ਵਿੱਚ ਭਾਗ ਲਿਆ ਤੇ ਕ੍ਰਮਵਾਰ ਪਾਕਿਸਤਾਨ ਤੇ ਨਵੀਂ ਦਿੱਲੀ ਵਿੱਚ ਹੋਣ ਵਾਲੀਆਂ ਚੈਂਪੀਅਨਸ਼ਿਪਾਂ ਵਿੱਚ ਵੀ 800 ਮੀਟਰ ਦੌੜ, 400 ਮੀਟਰ ਰਿਲੇ ਵਿੱਚ ਤੇ ਹੋਰ ਦੌੜਾਂ ਵਿੱਚ 골ਡ ਮੈਡਲ ਪ੍ਰਾਪਤ ਕੀਤੇ ਅਤੇ ਕਈ ਰਿਕਾਰਡ ਸਥਾਪਿਤ ਕੀਤੇ। 1961 ਵਿੱਚ ਜਲੰਧਰ ਵਿੱਚ ਨੈਸ਼ਨਲ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ 400 ਮੀਟਰ ਤੇ 800 ਮੀਟਰ ਦੌੜ ਵਿੱਚ ਸਿਲਵਰ ਮੈਡਲ ਅਤੇ ਬੈਂਗਲੌਰ ਵਿੱਚ ਹੋਣ ਵਾਲੀ 400 ਮੀਟਰ ਦੌੜ ਤੇ ਰਿਲੇ ਦੌੜ ਵਿੱਚ ਆਪ ਜੀ ਨੇ 골ਡ ਮੈਡਲ ਪ੍ਰਾਪਤ ਕੀਤਾ। ਕੈਪਟਨ ਸਾਹਿਬ ਨੇ ਆਪਣੀ ਮਿਹਨਤ ਸਦਕਾ ਲਗਾਤਾਰ ਰਿਕਾਰਡ ਕਾਇਮ ਕਰਕੇ ਆਪਣੇ ਪਿੰਡ ਦੇ ਨਾਮ ਨੂੰ ਤੇ ਪੰਜਾਬ ਦੇ ਨਾਮ ਨੂੰ ਚਮਕਾਇਆ। 1962 ਵਿੱਚ ਵੀ ਹੈਦਰਾਬਾਦ ਵਿੱਚ ਇੰਡੋ ਜਰਮਨ ਐਥਲੈਟਿਕਸ ਟੈਸਟ ਵਿੱਚ 400 ਮੀਟਰ ਦੌੜ ਵਿੱਚ ਸਿਲਵਰ, 4th ਏਸ਼ੀਅਨ ਗੇਮਸ ਜਕਾਰਤਾ ਵਿੱਚ 400 ਮੀਟਰ ਰਿਲੇ ਅਤੇ 400 ਮੀਟਰ ਦੌੜ ਵਿੱਚੋਂ 골ਡ ਮੈਡਲ ਤੇ ਜਬਲਪੁਰ ਵਿੱਚ ਹੋਣ ਵਾਲੀ ਚੈਂਪੀਅਨਸ਼ਿਪ ਵਿੱਚ 800 ਮੀਟਰ ਦੌੜ ਤੇ 400 ਮੀਟਰ ਰਿਲੇ ਵਿੱਚ 골ਡ ਮੈਡਲ ਪ੍ਰਾਪਤ ਕੀਤਾ। 1964 ਵਿੱਚ ਨਵੀਂ ਦਿੱਲੀ ਵਿੱਚ ਹੋਣ ਵਾਲੀ ਆਲ ਇੰਡੀਆ ਚੈਂਪੀਅਨਸ਼ਿਪ ਵਿੱਚ ਵੀ 800 ਮੀਟਰ ਦੌੜ ਤੇ 400 ਮੀਟਰ ਰਿਲੇ ਵਿੱਚੋਂ 골ਡ ਮੈਡਲ ਪ੍ਰਾਪਤ ਕੀਤਾ। 1965 ਵਿੱਚ ਵੀ ਨੈਸ਼ਨਲ ਡਿਫੈਂਸ ਅਕੈਡਮੀ ਵਿਖੇ ਹੋਣ ਵਾਲੀ ਚੈਂਪੀਅਨਸ਼ਿਪ ਵਿੱਚ 800 ਮੀਟਰ ਦੌੜ ਤੇ 400 ਮੀਟਰ ਰਿਲੇ ਵਿੱਚੋਂ 골ਡ ਮੈਡਲ ਪ੍ਰਾਪਤ ਕੀਤਾ। 1966 ਵਿੱਚ ਵੀ ਹੈਦਰਾਬਾਦ ਵਿੱਚ ਹੋਣ ਵਾਲੀ ਓਪਨ ਚੈਂਪੀਅਨਸ਼ਿਪ ਵਿੱਚ 400 ਮੀਟਰ ਰਿਲੇ ਵਿੱਚੋਂ 골ਡ ਮੈਡਲ ਪ੍ਰਾਪਤ ਕਰਕੇ 3 ਮਿੰਟ 18 ਸੈਕਿੰਡ ਦਾ ਰਿਕਾਰਡ ਬਣਾਇਆ ਅਤੇ 800 ਮੀਟਰ ਦੌੜ ਵਿੱਚੋਂ ਵੀ 골ਡ ਮੈਡਲ ਪ੍ਰਾਪਤ ਕੀਤਾ ਤੇ 3 ਮਿੰਟ 18 ਸੈਕਿੰਡ ਦਾ ਰਿਕਾਰਡ ਬਣਾਇਆ। ਦੇਸ਼ ਲਈ ਇੰਨੀ ਮਿਹਨਤ ਕਰਨ ਤੇ ਆਪ ਜੀ ਨੂੰ ਕਈ ਅਵਾਰਡਾਂ ਨਾਲ ਨਿਵਾਜਿਆ ਗਿਆ। ਸਮੇਂ-ਸਮੇਂ ਤੇ ਆਪ ਜੀ ਦੇ ਮਹਿਕਮੇ ਵੱਲੋਂ ਵੀ ਆਪ ਜੀ ਨੂੰ ਕਈ ਐਪਰੀਸੀਏਸ਼ਨ ਲੈਟਰ ਮਿਲੇ। 2002 ਵਿੱਚ ਸੈਂਟਰਲ ਗਵਰਨਮੈਂਟ ਵੱਲੋਂ ਆਪ ਜੀ ਨੂੰ ਹੀਰੋ ਇੰਡੀਆ ਸਪੋਰਟਸ ਅਵਾਰਡ ਨਾਲ ਨਿਵਾਜਿਆ ਗਿਆ। ਸੰਨ 2004 ਵਿੱਚ ਵੀ ਆਪ ਜੀ ਨੂੰ ਮਾਣ ਪੰਜਾਬ ਦਾ ਅਵਾਰਡ ਨਾਲ ਨਿਵਾਜਿਆ ਗਿਆ। ਸਮੇਂ-ਸਮੇਂ ਤੇ ਸਿੱਖ ਰੈਜੀਮੈਂਟ ਵੱਲੋਂ ਵੀ ਆਪ ਜੀ ਨੂੰ ਕਈ ਸਨਮਾਨ ਦਿੱਤੇ ਗਏ। ਕਿਲਾ ਰਾਏਪੁਰ ਵਿੱਚ ਹੋਣ ਵਾਲੀਆਂ ਮਿੰਨੀ 올림픽 ਗੇਮਸ ਵਿੱਚ ਵੀ ਆਪ ਜੀ ਨੂੰ ਲਾਈਫ ਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਆਪ ਜੀ ਦੇ ਪਿੰਡ ਲਲਤੋ ਖੁਰਦ ਦੀ ਪੰਚਾਇਤ ਵੱਲੋਂ ਵੀ ਆਪ ਜੀ ਨੂੰ ਸੰਨ 2014 ਵਿੱਚ ਅਨਮੋਲ ਹੀਰਾ ਅਵਾਰਡ ਨਾਲ ਨਿਵਾਜਿਆ ਗਿਆ ਅਤੇ ਉਹਨਾਂ ਦੀ ਯਾਦ ਵਿੱਚ ਪਿੰਡ ਦੀ ਪੰਚਾਇਤ ਵੱਲੋਂ ਇੱਕ ਬਹੁਤ ਹੀ ਸੋਹਣਾ ਪਾਰਕ ਬਣਵਾਇਆ ਗਿਆ ਜਿੱਥੇ ਬੱਚੇ ਖੇਡ ਸਕਣ ਤੇ ਵੱਡੇ ਬੈਠ ਕੇ ਇੰਜੋਏ ਕਰ ਸਕਣ। ਬੜੇ ਹੀ ਮਾਣ ਵਾਲੀ ਗੱਲ ਆ ਕਿ ਅਸੀਂ ਇਹੋ ਜਿਹੇ ਇੱਕ ਪਿੰਡ ਵਿੱਚ ਜਨਮ ਲਿਆ ਜਿੱਥੋਂ ਦੇ ਬਹੁਤ ਹੀ ਸਿਆਣੇ ਪੜ੍ਹੇ ਲਿਖੇ ਸੂਝਵਾਨ ਲੋਕ ਨੇ, ਸਾਰੇ ਬੜੇ ਹੀ ਮਿਹਨਤੀ ਨੇ, ਕਿਸਾਨ ਵੀ ਨੇ, ਜੌਬ ਕਰਨ ਵਾਲੇ ਵੀ ਬਹੁਤ ਸੀਗੇ। ਪਿੰਡ ਦੇ ਵਿੱਚੋਂ 45% ਲੋਕ ਸੀ ਜਿਹੜੇ ਫੌਜ ਦੇ ਵਿੱਚ ਸੀਗੇ, ਹੋਰ ਬਹੁਤ ਸਾਰੀਆਂ ਨੌਕਰੀਆਂ ਤੇ ਰੋਡਵੇਜ਼ ਵਿੱਚ ਸੀਗੇ ਤੇ ਉਹਨਾਂ ਵਿੱਚੋਂ ਹੀ ਕੈਪਟਨ ਦਲਜੀਤ ਸਿੰਘ ਸੀਗੇ ਜਿਨ੍ਹਾਂ ਨੇ ਜਾ ਕੇ ਏਸ਼ੀਆ ਦੇ ਵਿੱਚ ਸਾਡੇ ਪਿੰਡ ਦਾ ਨਾਮ ਰੌਸ਼ਨ ਕੀਤਾ ਤੇ ਬੜਾ ਹੀ ਫਖਰ ਮਹਿਸੂਸ ਕਰਦੇ ਹਾਂ ਕਿ ਸਾਡੇ ਪਿੰਡ ਦੇ ਫਰੀडम ਫਾਈਟਰ ਸੀਗੇ ਜਿਨ੍ਹਾਂ ਨੇ ਦੇਸ਼ ਦੀ ਜੰਗ ਵਿੱਚ ਆਪਣਾ ਯੋਗਦਾਨ ਪਾਇਆ ਤੇ ਬੜੀ ਹੀ ਉਹਨਾਂ ਦਾ ਕੈਪਟਨ ਦਲਜੀਤ ਸਿੰਘ ਦੇ ਸਾਡੇ ਪਿੰਡ ਵਾਸੀਆਂ ਨੇ ਉਹਨਾਂ ਨੂੰ ਮਾਣ ਦਿੱਤਾ ਕਿ ਪਿੰਡ ਦੀ ਜੋ ਸਾਂਝੀ ਜਗ੍ਹਾ ਧਰਮਸ਼ਾਲਾ ਉੱਥੇ ਇੱਕ ਬੋਰਡ ਲੱਗਿਆ ਹੋਇਆ ਜਿੱਥੇ ਕੈਪਟਨ ਦਲਜੀਤ ਸਿੰਘ ਨੂੰ ਇੱਕ ਪੱਥਰ ਲਾਇਆ ਗਿਆ ਉਹਨਾਂ ਦੇ ਨਾਮ ਦਾ। ਉਸ ਤੇ ਉਹਨਾਂ ਨੇ ਪਿੰਡ ਲਈ ਉਹਨਾਂ ਨੂੰ ਇੱਕ ਅਨਮੋਲ ਰਤਨ ਪਿੰਡ ਦਾ ਉਹਨਾਂ ਨੂੰ ਨਵਾਜਿਆ ਮਾਣ ਦੇ ਕੇ ਤੇ ਅਸੀਂ ਵੀ ਅੱਗੇ ਕੋਸ਼ਿਸ਼ ਕਰਦੇ ਹਾਂ ਕਿ ਕੁਝ ਚੰਗਾ ਪਿੰਡ ਲਈ ਕਰੀਏ ਤਾਂ ਜੋ ਸਾਡੇ ਪਿੰਡ ਦਾ ਨਾਮ ਚੰਗੇ ਕੰਮਾਂ ਵਿੱਚ ਅੱਗੇ ਆਵੇ। ਤੇ ਬਾਕੀ ਕੈਪਟਨ ਦਲਜੀਤ ਸਿੰਘ ਦਾ ਪਰਿਵਾਰ ਆ ਸਾਰਾ, ਇਹ ਵੀ ਪਿੰਡ ਨਾਲ ਬੜਾ ਹੀ ਇਹਨਾਂ ਦਾ ਪਿਆਰ ਆ। ਚਾਹੇ ਵਿਦੇਸ਼ 'ਚ ਰਹਿੰਦੇ ਉਹਨਾਂ ਦਾ ਬੇਟਾ ਯਾਦਵਿੰਦਰ ਗਰੇਵਾਲ ਤੇ ਪਰ ਉਹ ਵੀ ਹਮੇਸ਼ਾ ਪਿੰਡ ਨਾਲ ਤਿਉ ਰੱਖਦਾ, ਫੋਨ ਕਰਦਾ ਰਹਿੰਦਾ, ਸਾਨੂੰ ਪੁੱਛਦਾ ਰਹਿੰਦਾ ਕਿਸ ਚੀਜ਼ ਦੀ ਲੋੜ ਆ, ਹਮੇਸ਼ਾ ਸਾਡੀ ਮਦਦ ਕਰਦਾ। ਜਿਸ ਤਰ੍ਹਾਂ ਕੈਪਟਨ ਸਾਹਿਬ ਆਪ ਹੁੰਦੇ ਸੀ ਜਦੋਂ ਪਿੰਡ ਦੇ ਸਾਂਝੇ ਕੰਮਾਂ ਯੋਗਦਾਨ ਪਾਉਂਦੇ ਸੀ, ਯਾਦਵਿੰਦਰ ਸਿੰਘ ਉਹਨਾਂ ਦੇ ਮਦਰ ਤੇ ਉਹ ਵੀ ਸਾਡੇ ਨਾਲ ਬਹੁਤ ਸਹਿਯੋਗ ਦਿੰਦੇ ਆ। ਅਸੀਂ ਵੀ ਪਿੰਡ ਲਈ ਬਹੁਤ ਚੰਗੇ ਕੰਮ ਕਰ ਰਹੇ ਹਾਂ। ਸਾਰੇ ਪਿੰਡ ਦਾ ਹੀ ਸਾਨੂੰ ਬਹੁਤ ਸਹਿਯੋਗ ਆ। ਪਿੰਡ ਵਿੱਚ ਕੋਈ ਵੀ ਧੜੇਬੰਦੀ ਨਹੀਂ ਹੈਗੀ, ਸਾਰੇ ਹੀ ਪਿਆਰ ਨਾਲ ਰਹਿ ਕੇ ਆਪਣਾ ਕੰਮ ਕਰ ਰਹੇ ਆ ਤੇ ਬੜੇ ਹੀ ਅਸੀਂ ਖੁਸ਼ ਹਾਂ ਇਸ ਗੱਲ ਤੋਂ ਕਿ ਸਾਡਾ ਪਿੰਡ ਆ ਜੋ ਬਹੁਤ ਹੀ ਸਿਆਣੇ ਲੋਕਾਂ ਨੇ ਇੱਥੇ ਜਨਮ ਲਿਆ ਤੇ ਬੜੇ ਹੀ ਸਾਰੇ ਪਿਆਰ ਨਾਲ ਰਹਿੰਦੇ ਆ। ਵਿਦੇਸ਼ਾਂ ਵਿੱਚ ਵੀ ਸਾਡੇ NRI ਭਰਾ ਰਹਿੰਦੇ ਨੇ
ਜੋ ਕਿ ਸਾਨੂੰ ਬਹੁਤ ਹੀ ਸਹਿਯੋਗ ਦਿੰਦੇ ਨੇ ਤੇ ਸਾਰੇ ਹੀ ਪਿੰਡ ਨੂੰ ਇੱਕ ਅਸੀਂ ਚੰਗੀ ਮਾਡਲ ਪਿੰਡ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਜੋ ਆਉਣ ਵਾਲੇ ਸਮੇਂ ਵਿੱਚ ਜ਼ਰੂਰ ਰੱਬ ਕਰੇ ਕਿ ਉਹ ਅਸੀਂ ਪੇਸ਼ ਕਰਾਂਗੇ ਕਿ ਅਸੀਂ ਵਾਕਈ ਹੀ ਉਸ ਚੀਜ਼ ਨੂੰ ਕਾਮਯਾਬ ਕਰ ਲਿਆ, ਹਾਸਲ ਕਰ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਦੇਸ਼ ਲਈ ਕੰਮ ਵੀ ਬਹੁਤ ਵਧੀਆ ਕੀਤੇ ਨੇ ਉਹਨਾਂ ਨੇ। ਇੱਧਰ ਵੀ ਇਸ ਪਿੰਡ ਵਿੱਚ ਵੀ ਬਹੁਤ ਵਧੀਆ ਵਧੀਆ ਕੰਮ ਕੀਤੇ ਨੇ ਉਹਨਾਂ ਨੇ। ਫੌਜ ਦੇ ਵਿੱਚ ਵੀ ਉਹਨਾਂ ਨੇ ਘੇਰਾ ਆਏ ਨੇ, ਉੱਥੇ ਵੀ ਬਹੁਤ ਵਧੀਆ ਵਧੀਆ। ਹਰੇਕ ਕਹਿੰਦਾ ਸੀਗਾ ਕਿ ਜਦ ਛੁੱਟੀ ਆਉਣ ਲੱਗੇ ਵਿੱਚ ਵਾਲੇ, ਫਿਰ ਉਹਨਾਂ ਨੇ ਸੀ ਉਹਨੇ ਆ ਕੇ ਜਦੇ ਹੀ ਸੱਦਿਆ, ਉਹ ਕਹਿੰਦੇ ਨਹੀਂ ਜਾਣ ਦੇਣਾ ਮੈਂ। ਜਦ ਹੀ ਉਹਨਾਂ ਨੂੰ ਫਿਰ ਹਾਰ ਕੇ ਦੁਬਾਰੇ ਹਾਰ ਪਾ ਕੇ ਫਿਰ ਵੀ ਰੱਖ ਲਿਆ ਉਹਨਾਂ ਨੇ ਉੱਥੇ ਬਾਅਦ ਫੌਜ 'ਚ ਵਧੀਆ ਵਧੀਆ ਕੰਮ ਕੀਤੇ ਨੇ ਸਾਰੇ ਫੌਜ 'ਚ ਵੀ। ਆਪ ਜੀ ਨੇ ਆਪਣੀ ਸ਼ਾਨਦਾਰ ਨੌਕਰੀ ਕਰਦਿਆਂ ਰਿਟਾਇਰਮੈਂਟ ਪ੍ਰਾਪਤ ਕੀਤੀ। ਰਿਟਾਇਰ ਹੋਣ ਉਪਰੰਤ ਕੈਪਟਨ ਗਰੇਵਾਲ ਹੁਣਾਂ ਨੇ ਕੁਝ ਦੇਰ ਸ਼ੂਗਰ ਮਿਲ ਵਿੱਚ ਨੌਕਰੀ ਕੀਤੀ। ਪਿੰਡ ਦੀ ਪੰਚਾਇਤ ਦੀ ਸਲਾਹ ਨਾਲ ਪੈਸੇ ਇਕੱਠੇ ਕਰਕੇ ਆਪ ਜੀ ਨੇ ਪਿੰਡ ਦੇ ਬੱਚਿਆਂ ਲਈ ਖੇਡਾਂ ਦਾ ਸਮਾਨ ਲਿਆ ਕੇ ਦਿੱਤਾ ਤਾਂ ਜੋ ਬੱਚਿਆਂ ਦੀ ਪੋਜ਼ਿਟਿਵ ਸੋਚ ਬਣ ਸਕੇ ਅਤੇ ਬੱਚੇ ਬੁਰੀਆਂ ਆਦਤਾਂ ਤੋਂ ਦੂਰ ਰਹਿ ਸਕਣ ਤੇ ਆਪ ਖੁਦ ਬੱਚਿਆਂ ਦੇ ਕੋਚ ਬਣੇ। ਆਪ ਜੀ ਦੇ ਮਨ ਅੰਦਰ ਜਜ਼ਬਾ ਸੀ ਕਿ ਮੇਰੇ ਪਿੰਡ ਦੀ ਆਉਣ ਵਾਲੀ ਪੀੜ੍ਹੀ ਤੰਦਰੁਸਤ ਰਹੇ ਅਤੇ ਨਸ਼ਿਆਂ ਤੋਂ ਦੂਰ ਰਹੇ। ਇਸ ਲਈ ਆਪ ਜੀ ਸਵੇਰੇ ਸ਼ਾਮ ਗਰਾਊਂਡ ਵਿੱਚ ਬੱਚਿਆਂ ਨੂੰ ਇਕੱਠਾ ਕਰਦੇ, ਉਹਨਾਂ ਨੂੰ ਖੇਡਾਂ ਦੇ ਮਹੱਤਵ ਬਾਰੇ ਸਮਝਾਉਂਦੇ ਤੇ ਉਹਨਾਂ ਨੂੰ ਐਥਲੈਟਿਕਸ ਦੇ ਕਈ ਇਵੈਂਟਸ ਕਰਵਾਉਂਦੇ ਤੇ ਨਾਲ ਹੀ ਫੁੱਟਬਾਲ ਦੀ ਪ੍ਰੈਕਟਿਸ ਵੀ ਕਰਵਾਉਂਦੇ। ਆਪ ਜੀ ਨੇ ਆਪਣੇ ਜੀਵਨ ਕਾਲ ਦੌਰਾਨ ਅਨਾਉਂਸ ਕੀਤਾ ਸੀ ਕਿ ਜਿਹੜਾ ਵੀ ਆਪ ਜੀ ਦਾ 800 ਮੀਟਰ ਦਾ ਰਿਕਾਰਡ ਤੋੜੇਗਾ ਉਸ ਨੂੰ 1 ਲੱਖ ਰੁਪਏ ਦਾ ਕੈਸ਼ ਪ੍ਰਾਈਜ਼ ਮਿਲੇਗਾ। ਚਾਹੇ ਅੱਜ ਕੈਪਟਨ ਦਲਜੀਤ ਸਿੰਘ ਗਰੇਵਾਲ ਸਾਡੇ ਵਿਚਕਾਰ ਨਹੀਂ ਹਨ, ਪਰ ਆਪ ਜੀ ਦੇ ਨਕਸ਼ੇ ਕਦਮਾਂ ਤੇ ਚੱਲਦਿਆਂ ਆਪ ਜੀ ਦੇ ਬੇਟੇ ਸਰਦਾਰ ਯਾਦਵਿੰਦਰ ਸਿੰਘ ਗਰੇਵਾਲ ਅਤੇ ਉਹਨਾਂ ਦੇ ਸਮੂਹ ਪਰਿਵਾਰ ਦੀ ਤਰਫੋਂ ਹਰ ਸਾਲ ਉਹਨਾਂ ਦੀ ਯਾਦ ਵਿੱਚ ਜੂਨੀਅਰ ਐਥਲੈਟਿਕਸ ਚੈਂਪੀਅਨਸ਼ਿਪ ਕਰਵਾਈ ਜਾਂਦੀ ਹੈ, ਜਿਸ ਵਿੱਚ ਜੇਤੂ ਬੱਚਿਆਂ ਨੂੰ ਅਵਾਰਡਾਂ ਨਾਲ ਨਿਵਾਜਿਆ ਜਾਂਦਾ ਹੈ। ਆਪਣੇ ਫਾਦਰ ਓਲੰਪੀਅਨ ਦਲਜੀਤ ਸਿੰਘ ਗਰੇਵਾਲ ਦੀ ਯਾਦ ਦੇ ਵਿੱਚ ਅਸੀਂ ਹਰ ਸਾਲ ਉਹਨਾਂ ਦੀ ਬਰਸੀ ਵਾਲੇ ਦਿਨ ਇੱਕ ਸਪੋਰਟਸ ਮੀਟ ਜੂਨੀਅਰ ਵਿੰਗ ਛੋਟੇ ਬੱਚਿਆਂ ਦੀ ਅਸੀਂ ਆਰਗੇਨਾਈਜ਼ ਕਰਦੇ ਹਾਂ, ਜੋ ਹਰ ਸਾਲ ਹੀ ਅਸੀਂ ਕਰਵਾਉਂਦੇ ਹਾਂ ਸਕੂਲ ਦੇ ਵਿੱਚ। ਹਰ ਸਕੂਲ ਉੱਥੇ ਪਾਰਟਿਸਿਪੇਟ ਕਰਦਾ ਤੇ ਉਹਨਾਂ ਦਾ ਦਿੱਤੀਆਂ ਹੋਈਆਂ ਸਿੱਖਿਆਵਾਂ ਜੋ ਉਹਨਾਂ ਨੇ ਸਾਨੂੰ ਸਿਖਾਇਆ ਅਸੀਂ ਅੱਗੇ ਬੱਚਿਆਂ ਦੇ ਵਿੱਚ ਅੱਗੇ ਟਰਾਂਸਫਰ ਕਰ ਰਹੇ ਹਾਂ ਇਸੇ ਤਰ੍ਹਾਂ ਨਾਲ। ਤੇ ਅਸੀਂ ਧੰਨਵਾਦੀ ਹਾਂ ਫਸਟ ਵੇ ਦੇ, ਜੋ ਹਰ ਸਾਲ ਸਾਡੇ ਨਾਲ ਜੁੜਦੇ ਨੇ ਤੇ ਆ ਕੇ ਸਾਰਾ ਕਵਰ ਕਰਦੇ ਨੇ ਤੇ ਅੱਗੇ ਵੀ ਅਸੀਂ ਇਦਾਂ ਹੀ ਕਰਦੇ ਰਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੌਜੂਦਾ ਸਮੇਂ ਵਿੱਚ ਕੈਪਟਨ ਸਾਹਿਬ ਦੀ ਫੁਲਵਾੜੀ ਸਰਦਾਰ ਅਜੀਤਪਾਲ ਸਿੰਘ ਕੈਨੇਡਾ, ਕਿਰਨਦੀਪ, ਗਗਨਦੀਪ, ਰਾਜਦੀਪ ਸਵੀਡਨ, ਜਸਪ੍ਰੀਤ ਸਿੰਘ ਪੋਲੈਂਡ, ਅਨਮੋਲ, ਜੀਆ, ਜਿਗਰ ਧਾਲੀਵਾਲ, ਤਮੰਨਾ ਗਰੇਵਾਲ ਅਤੇ ਅਰਮਾਨ ਗਰੇਵਾਲ ਨਾਲ ਮਹਿਕ ਰਹੀ ਹੈ, ਜੋ ਆਪ ਜੀ ਦੇ ਦੋਹਤੇ ਦੋਹਤੀਆਂ ਅਤੇ ਪੋਤੇ ਪੋਤੀਆਂ ਹਨ। ਆਪ ਜੀ ਦਾ ਦੋਹਤਾ ਜਿਗਰ ਧਾਲੀਵਾਲ, ਆਪ ਜੀ ਦੀ ਪੋਤਰੀ ਤਮੰਨਾ ਗਰੇਵਾਲ ਅਤੇ ਆਪ ਜੀ ਦਾ ਪੋਤਰਾ ਅਰਮਾਨ ਗਰੇਵਾਲ ਆਪ ਜੀ ਦੀ ਪਿਰਤ ਨੂੰ ਅੱਗੇ ਤੋਰ ਰਹੇ ਹਨ। ਆਪ ਜੀ ਦਾ ਦੋਹਤਾ ਜਿਗਰ ਧਾਲੀਵਾਲ ਸਵੀਡਨ ਵਿਖੇ ਫੁੱਟਬਾਲ ਦਾ ਚੰਗਾ ਖਿਡਾਰੀ ਹੈ ਤੇ ਆਪ ਜੀ ਦੀ ਪੋਤਰੀ ਤਮੰਨਾ ਗਰੇਵਾਲ ਨੇ ਜੂਨੀਅਰ ਵਿੰਗ ਵਿੱਚ ਬਹੁਤ ਸਾਰੀਆਂ ਅਚੀਵਮੈਂਟਸ ਪ੍ਰਾਪਤ ਕੀਤੀਆਂ ਹਨ ਅਤੇ ਆਪ ਜੀ ਦਾ ਪੋਤਰਾ ਅਰਮਾਨ ਗਰੇਵਾਲ, ਜੋ ਕਿ ਅਜੇ ਬਹੁਤ ਛੋਟਾ ਹੈ ਪਰ ਐਥਲੈਟਿਕਸ ਇਵੈਂਟਸ ਦੀ ਸ਼ੁਰੂਆਤ ਕਰ ਚੁੱਕਾ ਹੈ। मैं तमन्ना गरेवाल, मेरे बड़े पापा जी कैप्टन ओलंपियन दलजीत सिंह मैंने छोटी ਹੁੰਦੇ ਨੂੰ ਬਹੁਤ ਪ੍ਰੈਕਟਿਸ ਕਰਵਾਉਂਦੇ ਸੀਗੇ ਕਿ ਮੈਂ ਵੱਡੀ ਹੋ ਕੇ ਐਥਲੀਟ ਬਣਾ ਤੇ ਹੁਣ ਮੈਂ ਵੀ ਉਹਨਾਂ ਦਾ ਸੁਪਨਾ ਸੱਚ ਕਰਾਉਣ ਲਈ ਐਥਲੀਟ ਕੋਸ਼ਿਸ਼ ਕਰਦੀ ਹਾਂ। ਸਤਿ ਸ਼੍ਰੀ ਅਕਾਲ, ਮੈਂ ਕੈਪਟਨ ਦਲਜੀਤ ਸਿੰਘ ਦੀ ਬੇਟੀ ਬੋਲੀ ਹਾਂ ਤੇ ਸਾਨੂੰ ਉਹਨਾਂ ਦੇ ਬਹੁਤ ਮਾਣ ਹੈ ਤੇ ਆਪਣੇ ਪਾਪਾ ਜੀ ਤੇ ਉਹਨਾਂ ਨੇ ਹਮੇਸ਼ਾ ਸਕੂਲ ਵਿੱਚ ਵੀ ਉਹਨਾਂ ਨੇ ਬਹੁਤ ਪ੍ਰਾਪਤੀਆਂ ਬਾਰੇ ਜਦੋਂ ਦੱਸਦੇ ਸੀ ਤਾਂ ਸਾਨੂੰ ਬਹੁਤ ਮਾਣ ਮਹਿਸੂਸ ਹੁੰਦਾ ਸੀ। ਅਸੀਂ ਉਹਨਾਂ ਨੂੰ ਕਦੇ ਵੀ ਨਹੀਂ ਭੁੱਲ ਸਕਦੇ। ਉਹਨਾਂ ਨੇ ਸਾਨੂੰ ਬਹੁਤ ਪਿਆਰ ਦਿੱਤਾ ਤੇ ਕਦੇ ਵੀ ਅਸੀਂ ਉਹਨਾਂ ਨੂੰ ਨਹੀਂ ਭੁੱਲ ਸਕਦੇ ਤੇ ਉਹਨਾਂ ਦੀ ਕਮੀ ਸਾਨੂੰ ਹਮੇਸ਼ਾ ਜ਼ਿੰਦਗੀ ਵਿੱਚ ਰਹੂਗੀ। ਕੈਪਟਨ ਸਾਹਿਬ ਹੁਣਾਂ ਦੀਆਂ ਪ੍ਰਾਪਤੀਆਂ ਨੂੰ ਕਦੇ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਪਿੰਡ ਲਲਤੋ ਖੁਰਦ ਦੇ ਸਮੂਹ ਵਸਨੀਕਾਂ ਨੂੰ ਅੱਜ ਵੀ ਕੈਪਟਨ ਦਲਜੀਤ ਸਿੰਘ ਗਰੇਵਾਲ ਅਤੇ ਉਹਨਾਂ ਦੇ ਸਮੁੱਚੇ ਪਰਿਵਾਰ ਤੇ ਮਾਣ ਹੈ ਤੇ ਉਹ ਅਜੇ ਵੀ ਇਸ ਪਰਿਵਾਰ ਨੂੰ ਆਪਣਾ ਰਾਹ ਦਸੇਰਾ ਮੰਨਦੇ ਹਨ। ਸਾਡੇ ਫਾਦਰ ਕੈਪਟਨ ਦਲਜੀਤ ਸਿੰਘ ਓਲੰਪੀਅਨ, ਉਹਨਾਂ ਨੇ ਸਕੂਲਿੰਗ ਆਪਣੀ ਪਿੰਡ ਦੇ ਸਕੂਲ ਲਲਤੋ ਕਲਾਂ ਦੇ ਵਿੱਚ ਕੀਤੀ ਤੇ ਸ਼ੁਰੂ ਤੋਂ ਹੀ ਉਹਨਾਂ ਨੂੰ ਸਪੋਰਟ ਦਾ ਬੜਾ ਸ਼ੌਕ ਸੀ ਤੇ
ਉਸ ਦੇ ਨਾਲ ਹੀ ਉਹ ਆਰਮੀ ਦੇ ਵਿੱਚ ਉਹਨਾਂ ਨੇ ਟ੍ਰਾਇਲ ਦਿੱਤੇ, ਆਰਮੀ ਦੇ ਵਿੱਚ ਹੋ ਗਏ। ਉਹ ਆਰਮੀ ਦੇ ਵਿੱਚ ਜੁਆਇਨ ਕਰਦੇ ਹੀ ਉਹਨਾਂ ਨੇ ਹਾਕੀ ਸਟਾਰਟ ਕੀਤੀ। ਹਾਕੀ ਦੇ ਵਿੱਚ ਉਹਨਾਂ ਦੇ ਫਾਰਵਰਡ ਪਲੇਸ ਤੇ ਖੇਡਦੇ ਸੀ ਤੇ ਉਹਨਾਂ ਦੀ ਸਪੀਡ ਦੇਖ ਕੇ ਉਦੋਂ ਦੇ ਮੇਜਰ ਨੇ ਉਹਨਾਂ ਨੂੰ ਕਿਹਾ ਕਿ ਦਲਜੀਤ ਸਿੰਘ ਤੂੰ ਐਥਲੈਟਿਕ ਕਿਉਂ ਨਹੀਂ ਸਟਾਰਟ ਕਰਦਾ ਇਨ ਪਲੇਸ ਆਫ ਹਾਕੀ। ਤੇ ਉਹਨਾਂ ਨੇ ਐਥਲੈਟਿਕ ਸਟਾਰਟ ਕੀਤੀ ਤਾਂ ਫਸਟ ਏਸ਼ੀਆ ਜਿਹੜੀ ਨੈਸ਼ਨਲ ਗੇਮ ਸੀ ਉਹਦੇ ਵਿੱਚ ਉਹਨਾਂ ਦਾ 골ਡ ਮੈਡਲ ਆਇਆ। ਇਸੇ ਤਰ੍ਹਾਂ ਉਹਨਾਂ ਨੇ ਹਾਕੀ ਛੱਡ ਕੇ ਫਿਰ ਐਥਲੈਟਿਕ ਨੂੰ ਅਡਾਪਟ ਕਰ ਲਿਆ ਤੇ ਐਥਲੈਟਿਕ ਦੇ ਵਿੱਚ ਫਿਰ ਉਹ ਨੈਸ਼ਨਲ ਗੇਮਸ 골ਡ ਰਿਹਾ। ਫਿਰ ਉਹਨਾਂ ਨੇ ਰਿਕਾਰਡ ਕੀਤਾ, ਏਸ਼ੀਅਨ ਗੇਮਸ ਆਏ, ਏਸ਼ੀਅਨ ਗੇਮਸ ਦੇ ਵਿੱਚ ਰਿਕਾਰਡ ਕੀਤਾ ਤੇ ਫਿਰ ਉਹਨਾਂ ਦੇ ਅੱਗੇ ਸਾਥੀ ਬਣੇ ਮਿਲਖਾ ਸਿੰਘ, ਪਾਨ ਸਿੰਘ ਤੋਮਰ, ਜਗਦੀਸ਼ ਸਿੰਘ, ਇਹ ਉਹਨਾਂ ਦੇ ਬੈਚਮੇਟ ਸੀ ਸਾਰੇ। ਤੇ ਏਸ਼ੀਅਨ ਗੇਮਸ ਤੋਂ ਬਾਅਦ ਉਹਨਾਂ ਦਾ ਚਾਂਸ ਲੱਗਿਆ ਜੀ ਕਾਮਨਵੈਲਥ ਗੇਮਸ ਦਾ। ਕਾਮਨਵੈਲਥ ਗੇਮ ਦੇ ਵਿੱਚ ਵੀ ਉਹਨਾਂ ਦਾ 골ਡ ਮੈਡਲ ਰਿਹਾ। ਕਾਮਨਵੈਲਥ ਗੇਮ ਤੋਂ ਬਾਅਦ ਫਿਰ ਉਹ 올림픽 ਗਏ, ਰੋਮ 올림픽 ਦੇ ਵਿੱਚ ਪਾਰਟਿਸਿਪੇਟ ਕੀਤਾ ਉਹਨਾਂ ਨੇ। ਇੰਡੀਆ ਦਾ ਰਿਕਾਰਡ ਉਹਨਾਂ ਦਾ 20 ਸਾਲ ਰਿਹਾ ਤੇ ਉਸ ਤੋਂ ਬਾਅਦ ਸ਼੍ਰੀ ਰਾਮ ਨੇ ਉਹਨਾਂ ਦਾ ਰਿਕਾਰਡ ਬ੍ਰੇਕ ਕੀਤਾ 20 ਸਾਲ ਬਾਅਦ। ਤੇ ਫਿਰ ਉਹ ਸਾਰੀ ਗੇਮ ਤੋਂ ਬਾਅਦ ਉਹਨਾਂ ਨੇ ਡਿਊਟੀ ਜੁਆਇਨ ਹੋ ਗਈ ਆਰਮੀ ਦੀ ਐਜ਼ ਅ ਕੈਪਟਨ। ਉਹ ਰਿਟਾਇਰ ਹੋਏ ਉੱਥੋਂ। ਉਸ ਤੋਂ ਬਾਅਦ ਰਿਟਾਇਰਮੈਂਟ ਤੋਂ ਬਾਅਦ ਉਹ ਕਈ ਸਾਲ ਐਜ਼ ਅ MD ਸ਼ੂਗਰ ਮਿਲ ਦੇ ਵਿੱਚ ਉਹਨਾਂ ਨੇ ਜੌਬ ਕੀਤੀ। ਫਿਰ ਘਰੇ ਆ ਗਏ। ਘਰੇ ਆਉਣ ਤੋਂ ਬਾਅਦ ਉਹਨਾਂ ਦੀ ਜੋ ਇੱਛਾ ਸੀ ਸਪੋਰਟਸ ਦੀ, ਫਿਰ ਉਹਨਾਂ ਨੇ ਪਿੰਡ ਦਾ ਯੂਥ ਸਾਰਾ ਇਕੱਠਾ ਕੀਤਾ ਤੇ ਉਹਨਾਂ ਨੂੰ ਗਰਾਊਂਡ ਦੇ ਵਿੱਚ ਸ਼ਾਮ ਦੀ ਪ੍ਰੈਕਟਿਸ ਕਰਵਾਉਂਦੇ ਸੀ ਤੇ ਜਿਸ ਵਿੱਚ ਅਸੀਂ ਵੀ ਸ਼ਾਮਿਲ ਸੀ। ਸਾਡੇ ਮੌਜੂਦਾ ਸਰਪੰਚ ਨੇ ਗੁਰਜਗਦੀਪ ਸਿੰਘ, ਉਹ ਵੀ ਇੱਕ ਸਾਡੀ ਟੀਮ ਮੈਂਬਰ ਸੀ। ਉਹਨਾਂ ਨੇ ਬੜੇ ਸਾਨੂੰ ਪ੍ਰੈਕਟਿਸ ਕਰਵਾਉਣੀ ਸਵੇਰੇ ਸ਼ਾਮ ਉੱਥੇ ਬੁਲਾ ਕੇ ਤੇ ਬੜੇ ਸਪੋਰਟਸਮੈਨ ਵੀ ਨਿਕਲੇ ਉਸ ਤੋਂ ਬਾਅਦ ਪਿੰਡ ਦੇ ਵਿੱਚ। ਤੇ ਉਹਨਾਂ ਦੀ ਫਿਰ 2015 ਦੇ ਵਿੱਚ ਹਾਰਟ ਅਟੈਕ ਦੇ ਨਾਲ ਉਹਨਾਂ ਦੀ ਡੈਥ ਹੋ ਗਈ ਸੀ। ਉਸ ਤੋਂ ਬਾਅਦ ਅਸੀਂ ਉਹਨਾਂ ਦੀ ਯਾਦ ਨੂੰ ਇਦਾਂ ਹੀ ਤਾਜ਼ਾ ਰੱਖਣ ਲਈ ਅਸੀਂ ਇੱਕ ਕਮੇਟੀ ਬਣਾਈ ਸਪੋਰਟਸ ਦੀ। ਅਸੀਂ ਹਰ ਸਾਲ ਉਹਨਾਂ ਦੇ ਸਪੋਰਟਸ ਮੀਟ ਇਹਨਾਂ ਦੀ ਕਰਵਾਉਂਦੇ ਹਾਂ ਸਕੂਲਾਂ ਦੀ, ਇੰਟਰ ਸਕੂਲ। ਅਸੀਂ ਵੱਡੇ ਬੱਚਿਆਂ ਤੋਂ ਨਹੀਂ ਸ਼ੁਰੂ ਕੀਤਾ, ਅਸੀਂ ਜੂਨੀਅਰ ਵਿੰਗ ਛੋਟੇ ਬੱਚਿਆਂ ਤੋਂ ਸ਼ੁਰੂ ਕੀਤਾ ਤਾਂ ਕਿ ਪਨੀਰੀ ਨੂੰ ਪਤਾ ਲੱਗ ਸਕੇ ਛੋਟਿਆਂ ਨੂੰ ਕਿ ਸਪੋਰਟਸ ਹੈ ਕੀ ਦਰਅਸਲ। ਤੇ ਇਸ ਤਰ੍ਹਾਂ ਉਹ ਹਰ ਸਾਲ ਅਸੀਂ ਟੂਰਨਾਮੈਂਟ ਉਹਨਾਂ ਦੇ ਕਰਵਾਉਂਦੇ ਹਾਂ ਪਿੰਡ ਦੇ ਵਿੱਚ, ਹੋਰ ਸਕੂਲਾਂ ਦੇ ਵਿੱਚ ਵੀ, ਦਾਖੇ ਸਕੂਲ ਦੇ ਵਿੱਚ ਵੀ। ਫਿਰ ਅਸੀਂ ਕ੍ਰਿਕਟ ਟੂਰਨਾਮੈਂਟ ਕਰਵਾਏ ਤੇ ਉਹਨਾਂ ਦੀ ਯਾਦ ਵਿੱਚ ਅਸੀਂ ਕਾਫੀ ਪਿੰਡ ਦੇ ਕੰਮ ਵੀ ਚੱਲ ਰਹੇ ਨੇ ਲਗਾਤਾਰ। ਪਾਰਕ ਦਾ ਉਹਨਾਂ ਨੇ ਆਪਦੇ ਜਿਉਂਦੇ ਉਦਘਾਟਨ ਕੀਤਾ ਸੀ ਜੋ ਅੱਜ ਕੱਲ੍ਹ ਸਾਰਾ ਸਰਪ੍ਰਸਤ ਨੇ ਸਾਡੇ ਗੁਰਜਗਦੀਪ ਸਿੰਘ ਲਾਲੀ ਮੌਜੂਦਾ ਸਰਪੰਚ, ਉਹ ਕਰਵਾ ਰਹੇ ਨੇ ਸਾਰਾ ਮੂਹਰੇ ਲਾ ਕੇ ਸਾਡੇ। ਤੇ ਜਿੰਨਾ ਵੀ ਕੰਮ ਹੋ ਰਿਹਾ ਸਾਰਾ ਅਸੀਂ ਉਹਨਾਂ ਨੂੰ ਯਾਦ ਕਰਕੇ ਉਹਨਾਂ ਦੇ ਆਸ਼ੀਰਵਾਦ ਦੇ ਨਾਲ ਸਾਰਾ ਕੰਮ ਸੰਪੰਨ ਹੋ ਰਹੇ ਨੇ ਸਾਡੇ। ਫਿਰ ਉਹ ਪਿੰਡ ਦੇ ਰਹੇ, ਸ਼ਮਸ਼ਾਨ ਘਾਟ ਦੇ ਪ੍ਰਧਾਨ ਵੀ ਰਹੇ। ਉਹਨਾਂ ਨੇ ਬੜੇ ਪੇੜ ਪੌਦੇ ਲਵਾਏ ਉੱਥੇ ਤੇ ਉਹਨਾਂ ਦੀ ਸੋਚ ਇਹੀ ਸੀ ਵੀ ਅਸਲੀ ਘਰ ਇਹੀ ਹੈ, ਇਹਨੂੰ ਹਰਾ ਭਰਾ ਇਹਨੂੰ ਰੱਖੋ। ਸਾਰਾ ਵਧੀਆ ਉਹਨਾਂ ਨੇ ਕਰਵਾ ਕੇ ਰੱਖਿਆ ਉੱਥੇ। ਆਪਾਂ ਕਹਿ ਦਿੰਦੇ ਹਾਂ ਜੀ ਸਪੋਰਟਸ ਕਰਨੀ ਚਾਹੀਦੀ ਆ। ਸਪੋਰਟਸ ਦੇ ਨਾਲ ਇੱਕ ਛੋਟਾ ਜਿਹਾ ਕਿੱਸਾ ਸਾਡਾ ਕਿ ਸਪੋਰਟਸ ਦੇ ਵਿੱਚ ਜੋ ਪੈਰ ਧਰ ਗਿਆ ਉਹ ਹਮੇਸ਼ਾ ਚਮਕਦਾ ਰਹਿੰਦਾ, ਚਾਹੇ ਉਹ ਦੇਸ਼ 'ਚ ਚਾਹੇ ਵਿਦੇਸ਼ 'ਚ। ਇੱਕ ਮੈਂ ਆਪਣੀ ਬੇਟੀ ਲਈ ਸਟੇਡੀਅਮ ਵਿੱਚ ਗਿਆ ਪ੍ਰੈਕਟਿਸ ਲਈ ਕਿ ਮਾਰਨਿੰਗ ਈਵਨਿੰਗ ਪ੍ਰੈਕਟਿਸ ਸਟਾਰਟ ਕਰਨੀ ਹੈ ਯੂਰਪ ਦੇ ਵਿੱਚ। ਹੁਣ ਅਸੀਂ ਸਾਰੀ ਫੈਮਿਲੀ ਯੂਰਪ ਸੈੱਟ ਆ ਤੇ ਸਟੇਡੀਅਮ ਗਏ ਤਾਂ ਆਪਣੀ ਬੇਟੀ ਨੂੰ ਮੈਂ ਕੋਚ ਨਾਲ ਮਿਲਾਇਆ ਤੇ ਕੋਚ ਨੇ ਮੈਨੂੰ 2 ਦਿਨ ਬਾਅਦ ਦਾ ਟਾਈਮ ਦਿੱਤਾ ਤੇ ਮੈਂ ਕੋਚ ਨੂੰ ਸਾਰੀ ਕਹਾਣੀ ਦੱਸੀ ਆਪਣੀ ਵੀ। ਮੇਰੀ ਬੇਟੀ ਸ਼ੁਰੂ ਤੋਂ ਸਪੋਰਟਸ ਕਰਦੀ ਆ, ਉਹਦਾ ਵੀ, ਆਪਣੇ ਫਾਦਰ ਦਾ ਸਾਰਾ ਡਿਟੇਲ ਦੱਸੀ ਉਹਨੂੰ ਮੈਂ ਕਿ ਮੇਰੇ ਫਾਦਰ ਵੀ 올림픽ੀਅਨ ਸੀ, ਐਥਲੈਟਿਕ ਦੇ ਵਿੱਚ ਸੀ, ਉਹ ਮਿਲਖਾ ਸਿੰਘ ਹੋਣੀ ਸਾਰੇ ਇਕੱਠੇ ਸੀ। ਤੇ ਉਹਨੇ ਸਾਨੂੰ 2 ਦਿਨ ਦਾ ਟਾਈਮ ਦਿੱਤਾ ਵੀ ਤੁਸੀਂ 2 ਦਿਨ ਬਾਅਦ ਆਇਓ। ਤੇ ਜਿਸ ਦਿਨ ਅਸੀਂ ਗਏ 2 ਦਿਨ ਬਾਅਦ ਤਾਂ ਉਸ ਕੋਚ ਦਾ ਨਾਮ ਸੀ ਹੌਲਗਰ, ਮਿਸਟਰ ਹੌਲਗਰ, ਐਥਲੈਟਿਕ ਕੋਚ ਆ ਉਹ ਯੂਰਪ ਦਾ। ਤੇ ਉਸ ਕੋਚ ਕੋਲੇ 3-4 ਕਿਤਾਬਾਂ ਸੀ ਤੇ ਉਹਨੇ ਸਾਨੂੰ ਬੜਾ ਵੈਲਕਮ ਕੀਤਾ ਤੇ ਮੈਨੂੰ ਆਪਦੇ ਆਫਿਸ 'ਚ ਲੈ ਕੇ ਗਿਆ। ਉਹਨੇ ਕਿਤਾਬਾਂ ਖੋਲ ਕੇ ਮੇਰੇ ਸਾਹਮਣੇ ਕਰਤੀਆਂ। ਮੈਨੂੰ ਕਹਿੰਦਾ ਵੀ ਤੁਸੀਂ ਮੈਨੂੰ ਦੱਸੋ ਇਹ ਤੁਹਾਡੇ ਹੀ ਫਾਦਰ ਨੇ ਜਿਨ੍ਹਾਂ ਦੀਆਂ 1962 ਦੀਆਂ ਸਾਰੀਆਂ ਮੈਗਜ਼ੀਨ ਛਪੀਆਂ ਹੋਈਆਂ ਨੇ। ਮੈਂ ਆਪਣੀ ਬੇਟੀ ਨੂੰ ਦਿਖਾਈਆਂ ਸਨੈਪਸ। ਮੈਂ ਬੜਾ ਹੈਰਾਨ ਹੋਇਆ ਉੱਥੇ ਵੀ ਇੱਥੇ ਸਾਡੀ ਫੈਮਿਲੀ ਤੋਂ ਬਿਨਾਂ ਸਾਨੂੰ ਕੌਣ ਜਾਣਦਾ ਸੀ ਤੇ ਇੱਕ ਸਟੇਡੀਅਮ ਦੇ ਵਿੱਚ ਕੋਚ ਉਹਨਾਂ ਦੀਆਂ ਸਾਰੀਆਂ ਕਿਤਾਬਾਂ ਲੈ ਕੇ ਆ ਗਿਆ ਸਾਡੇ ਕੋਲ। ਬੜੀ ਖੁਸ਼ੀ ਹੋਈ ਮੇਰੀ ਬੇਟੀ ਨੂੰ ਵੀ ਤੇ ਬੇਟੀ ਵੀ ਉੱਥੇ ਬੜਾ ਅੱਛਾ ਹੁਣ ਵਰਕਆਊਟ ਕਰਦੀ ਹੈ। ਇਹਨੂੰ ਵੀ ਸਾਰੇ ਜਾਣਦੇ ਆ ਕਿ ਇਹ ਇੱਕ 올림픽ੀਅਨ ਦਲਜੀਤ ਸਿੰਘ ਦੀ ਪੋਤੀ ਹੈ ਜੋ ਸਾਡੇ ਵਿੱਚ ਪ੍ਰੈਕਟਿਸ ਕਰ ਰਹੀ ਹੈ। ਸਾਡੀ ਫਿਦਾ ਚੈਨਲ ਦੀ ਸਮੁੱਚੀ ਟੀਮ ਵੱਲੋਂ ਪਰਮਾਤਮਾ ਜੀ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਪਰਮਾਤਮਾ ਦਾ ਮਿਹਰ ਭਰਿਆ ਹੱਥ ਸਦਾ ਹੀ ਉਹਨਾਂ ਦੇ ਪਰਿਵਾਰ ਤੇ ਬਣਿਆ ਰਹੇ।